ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਤੇ ਮੈਂ ਆ ਸੁਖਪਿੰਦਰ ਸ਼ੇਰਗਿੱਲ। ਲਗਾਤਾਰ ਅਸੀਂ ਵੱਖ-ਵੱਖ ਡਾਕਟਰਾਂ ਦੇ ਨਾਲ ਵੱਖ-ਵੱਖ ਸਿਹਤ ਦੇ ਸੰਬੰਧੀ ਮੁੱਦਿਆਂ ਤੇ ਗੱਲਬਾਤ ਕਰ ਰਹੇ ਹਾਂ ਤੇ ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਾਂਗੇ ਉਹ ਹੈ ਬਵਾਸੀਰ ਤੇ ਕਬਜ਼। ਇਹਨਾਂ ਦੋਵੇਂ ਮੁੱਦਿਆਂ ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਅਤੁਲ ਰਾਘਵ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਨੇ। ਡਾਕਟਰ ਸਾਹਿਬ, ਬਨੇਰਾ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਭੂਮਿਕਾ ਦੇ ਵਿੱਚ ਕਿਹਾ ਕਿ ਜਿਹੜੀ ਬਵਾਸੀਰ ਤੇ ਕਬਜ਼ ਤੇ ਗੱਲ ਕਰਾਂਗੇ, ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਬਵਾਸੀਰ ਜਿਸ ਨੂੰ ਭਿਆਨਕ ਬਿਮਾਰੀ ਮੰਨਿਆ ਜਾਂਦਾ ਹੈ, ਇਹ ਅਸਲ ਦੇ ਵਿੱਚ ਹੈ ਕੀ ਚੀਜ਼ ਹੈ? ਜੀ ਬਿਲਕੁਲ ਸਰ। ਤੁਹਾਡੀ ਗੱਲ ਨੂੰ ਅੱਗੇ ਤੋੜਦੇ ਹੋਏ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਜਿਸ ਤਰੀਕੇ ਕਿਹਾ ਕਿ ਇਹ ਬਹੁਤ ਭਿਅੰਕਰ ਬਿਮਾਰੀ ਹੈ ਤੇ ਬੇਸ਼ੱਕ ਇਹ ਬਹੁਤ ਹੀ ਜ਼ਿਆਦਾ ਭਿਅੰਕਰ ਬਿਮਾਰੀ ਹੈ ਔਰ ਇਹਦਾ ਮਾਨਸਿਕ ਤੌਰ ਤੇ ਵੀ ਜਿਹੜਾ ਰੋਗੀ ਹੈ ਪਰੇਸ਼ਾਨ ਰਹਿੰਦਾ ਹੈ। ਕਿਉਂਕਿ ਜਿਹੜੀ ਇਹ ਬਿਮਾਰੀ ਹੈ ਅਪੀਅਰੈਂਸ ਵਾਈਜ਼ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਇੱਦਾਂ ਦੀ ਬਿਮਾਰੀ ਹੈ ਕਿ ਜਿਹਦੇ ਵਿੱਚ ਸਾਡੇ ਕੁਝ ਟਿਸ਼ੂਜ਼, ਕੁਝ ਇੱਦਾਂ ਦੀਆਂ ਵੇਨਸ, ਕੁਝ ਨਾੜਾਂ ਹੁੰਦੀਆਂ ਨੇ ਜਿਹੜੀਆਂ ਕਿ ਇਨਫੈਕਟਡ ਹੋ ਕੇ ਸੁੱਜ ਜਾਂਦੀਆਂ ਨੇ ਤੇ ਗੁਦਾ ਮਾਰਗ ਦੇ ਬਾਹਰ ਕੁਝ ਇੱਦਾਂ ਦੇ ਛੋਟੇ-ਛੋਟੇ ਮੱਸਿਆਂ ਵਾਂਗੂ ਸ਼ੇਪ ਲੈ ਲੈਂਦੀਆਂ ਨੇ ਔਰ ਉਹ ਦੋ ਤਰੀਕੇ ਦੀਆਂ ਹੁੰਦੀਆਂ ਨੇ। ਇੱਕ ਸਾਡੀ ਖੂਨੀ ਬਵਾਸੀਰ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਇੱਕ ਸੁੱਕੀ ਬਾਏਬਾਦੀ ਵਾਲੀ ਬਵਾਸੀਰ ਹੁੰਦੀ ਹੈ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਇਹ ਜਿਹੜੀ ਬਵਾਸੀਰ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਤਾਂ ਇਸ ਦੀਆਂ ਦੋ ਹੀ ਕਿਸਮਾਂ ਹੁੰਦੀਆਂ ਜਾਂ ਫਿਰ ਹੋਰ ਵੀ ਕਈ ਕਿਸਮਾਂ ਇਹਨਾਂ ਦੀਆਂ ਹੋ ਸਕਦੀਆਂ ਨੇ, ਜਿਹੜੀ ਬਵਾਸੀਰ ਹੈ ਜੀ? ਜੀ ਬਿਲਕੁਲ। ਇਸ ਤਰੀਕੇ ਸਰ ਜਿਹੜਾ ਆਯੁਰਵੇਦ ਤਾਂ ਇਸ ਨੂੰ ਦੋ ਪ੍ਰਕਾਰ ਦਾ ਮੰਨਦਾ ਹੈ। ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਕ ਸ਼ੁਸ਼ਕਾਰਸ਼ ਤੇ ਇੱਕ ਰਕਤਾਰਸ਼, ਯਾਨੀ ਕਿ ਖੂਨੀ ਬਵਾਸੀਰ ਤੇ ਇੱਕ ਸੁੱਕੀ ਬਵਾਸੀਰ। ਲੇਕਿਨ ਮੈਡੀਕਲ ਸਾਇੰਸਿਸ ਦੇ ਅਕੋਰਡਿੰਗਲੀ ਅਸੀਂ ਇਹਨੂੰ ਚਾਰ ਕੈਟਾਗਰੀਜ਼ ਦੇ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ, ਜਿਹਦੇ ਵਿੱਚ ਫਸਟ ਡਿਗਰੀ, ਸੈਕੰਡ ਡਿਗਰੀ, ਥਰਡ ਡਿਗਰੀ ਤੇ ਫੋਰਥ ਡਿਗਰੀ ਆਪਾਂ ਇਹਨੂੰ ਮੰਨ ਕੇ ਚੱਲ ਸਕਦੇ ਹਾਂ। ਤੇ ਪਹਿਲੀ ਤੇ ਦੂਜੀ ਔਰ ਤੀਜੀ ਸਟੇਜ ਵੀ ਈਵਨ ਇਹ ਆਯੁਰਵੇਦ ਦੇ ਥਰੂ ਆਪਾਂ ਬਹੁਤ ਅੱਛੇ ਤਰੀਕੇ ਮੈਨੇਜ ਕਰ ਸਕਦੇ ਹਾਂ, ਇਹਨੂੰ ਠੀਕ ਕਰ ਸਕਦੇ ਹਾਂ। ਤੇ ਜਿਹੜੀ ਚੌਥੀ ਸਟੇਜ ਹੈ ਜਿਹੜੀ ਕਿ ਬਹੁਤ ਕਰੋਨਿਕ ਬਣ ਜਾਂਦੀ ਹੈ, ਉਸ ਚੀਜ਼ ਦੇ ਵਿੱਚ ਆਪਾਂ ਇੱਕ ਸਾਡਾ ਆਯੁਰਵੈਦਿਕ ਜਿਹਨੂੰ ਕਹਿ ਸਕਦੇ ਆ ਕਿ ਪ੍ਰੈਕਟਿਸ ਹੁੰਦੀ ਹੈ, ਜਿਹਨੂੰ ਆਪਾਂ ਅਕਸ਼ਾਰ ਸੂਤਰ ਕਹਿੰਦੇ ਆ, ਤੇ ਉਹ ਆਪਾਂ ਯੂਜ਼ ਕਰ ਸਕਦੇ ਹਾਂ, ਜਿਹਦੇ ਕਰਕੇ ਪੇਸ਼ੈਂਟ ਨੂੰ ਰਾਹਤ ਮਿਲਦੀ ਹੈ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਬਵਾਸੀਰ ਦੇ ਇਲਾਵਾ ਗੁਰਦੇ ਤੇ ਜਿਹੜੀ ਜਲਣ ਹੁੰਦੀ ਹੈ ਜਾਂ ਖੁਜਲੀ ਹੁੰਦੀ ਹੈ, ਜਿਸ ਨੂੰ ਪੰਜਾਬੀ ਦੇ ਵਿੱਚ ਖਾਜ ਕਹਿੰਦੇ ਆ, ਉਹ ਵੀ ਬਵਾਸੀਰ ਦੇ ਲੱਛਣ ਹੈ ਜਾਂ ਫਿਰ ਇਹ ਅਲੱਗ ਬਿਮਾਰੀ ਹੈ ਤੇ ਜਿਹੜੀ ਖਾਜ ਹੋਣਾ ਇੱਕ ਅਲੱਗ ਬਿਮਾਰੀ ਹੈ? ਨਹੀਂ ਬਿਲਕੁਲ ਤੁਹਾਡਾ ਜਿਹੜਾ ਪੁਆਇੰਟ ਹੈ ਬਿਲਕੁਲ ਸਹੀ ਤੁਸੀਂ ਪੁਆਇੰਟ ਮੈਂਸ਼ਨ ਕੀਤਾ ਹੈ ਕਿ ਜਿਹੜੀ ਕਿ ਐਨਲ ਇਚਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਯਾਨੀ ਕਿ ਐਨਲ ਰੀਜਨ ਦੇ ਵਿੱਚ ਗੁਦੇ ਮਾਰਗ ਦੇ ਵਿੱਚ ਖਾਰਿਸ਼ ਹੋਣਾ, ਖਾਜ ਹੋਣਾ, ਇਹ ਇੱਕ ਲੱਛਣ ਹੀ ਹੈ ਔਰ ਇਹ ਇੱਕ ਬਹੁਤ ਇੰਪੋਰਟੈਂਟ ਲੱਛਣ ਹੈ ਜਿਸ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਹਾਂ। ਜੇ ਤੁਹਾਨੂੰ ਕਿਸੇ ਵੀ ਪੇਸ਼ੈਂਟ ਤੋਂ ਇਹ ਕੰਪਲੇਂਟ ਮਿਲਦੀ ਹੈ ਕਿ ਉਹਦੇ ਗੁਦੇ ਮਾਰਗ ਦੇ ਆਸ-ਪਾਸ ਉਹਨੂੰ ਖਾਰਿਸ਼ ਹੁੰਦੀ ਹੈ ਜਾਂ ਖੂਨ ਦੀਆਂ ਟੱਟੀਆਂ ਲੱਗਦੀਆਂ ਨੇ ਜਾਂ ਟੱਟੀਆਂ ਦੇ ਵਿੱਚ ਲੈਟਰਿਨ ਦੇ ਵਿੱਚ ਉਹਨੂੰ ਖੂਨ ਦੀ ਸ਼ਿਕਾਇਤ ਹੁੰਦੀ ਹੈ, ਤਾਂ ਆਪਾਂ ਇਸ ਚੀਜ਼ ਦੇ ਵਿੱਚ ਥੋੜਾ ਸਾਨੂੰ ਸੀਰੀਅਸ ਲੈਣਾ ਚਾਹੀਦਾ ਕਿ ਹੋ ਸਕਦਾ ਹੈ ਕਿ ਉਹ ਇੱਕ ਤਰੀਕੇ ਜਿਹੜੀ ਪਾਈਲਸ ਦੀ ਪ੍ਰੋਬਲਮ ਹੋ ਸਕਦੀ ਹੈ। ਅੱਛਾ ਡਾਕਟਰ ਸਾਹਿਬ, ਬਵਾਸੀਰ ਦੇ ਨਾਲ ਨਾਲ ਜਿਹੜੀ ਕਬਜ਼ ਵੀ ਦੀ ਸਮੱਸਿਆ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ, ਇਸ ਦੇ ਪਿੱਛੇ ਦਾ ਕਾਰਨ ਕੀ ਮੰਨਦੇ ਹੋ ਕਿ ਕਬਜ਼ ਹੁੰਦੀ ਕਿਉਂ ਹੈ ਤੇ ਨਾਲ ਦੀ ਨਾਲ ਇਹ ਵੀ ਬਵਾਸੀਰ ਦੇ ਨਾਲ ਜੁੜੀ ਹੋਈ ਹੈ ਜਾਂ ਇਹ ਅਲੱਗ ਪ੍ਰੋਬਲਮ ਹੈ ਤੇ ਬਵਾਸੀਰ ਅਲੱਗ ਪ੍ਰੋਬਲਮ ਹੈ ਜੀ? ਜੀ ਬਿਲਕੁਲ, ਬਹੁਤ ਅੱਛਾ ਸਵਾਲ ਹੈ ਸਰ ਤੁਹਾਡਾ। ਸਰ ਦੇਖੋ, ਕੌਨਸਟੀਪੇਸ਼ਨ ਜਿਹੜੀ ਹੈ ਜਾਂ ਕਬਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਇੱਕ ਬਹੁਤ ਮੇਨ ਕਾਰਨ ਹੈ ਬਵਾਸੀਰ ਹੋਣ ਦਾ। ਕਿਉਂਕਿ ਜਦੋਂ ਵੀ ਅਸੀਂ ਕੁਝ ਇਸ ਤਰੀਕੇ ਦਾ ਆਹਾਰ ਵਿਹਾਰ ਲੈਂਦੇ ਹਾਂ ਜਾਂ ਕੁਝ ਇਸ ਤਰੀਕੇ ਦੀ ਡਾਇਟ ਲੈਂਦੇ ਹਾਂ ਕਿ ਜੋ ਕਿ ਸਾਨੂੰ ਪੇਟ 'ਚ ਬਹੁਤ ਜ਼ਿਆਦਾ ਮਰੋੜ ਪੈਦਾ ਕਰ ਦਿੰਦੀਆਂ ਹੈ ਜਾਂ ਉੱਥੇ ਖੁਸ਼ਕੀ ਪੈਦਾ ਕਰ ਦਿੰਦੀਆਂ, ਜਿਹਦੇ ਕਿ ਕਰਕੇ ਕਬਜ਼ ਹੁੰਦੀ ਹੈ ਔਰ ਉਹਦਾ ਹੀ ਅੱਗੇ ਇੱਕ ਆਫਟਰ ਇਫੈਕਟ ਹੁੰਦਾ ਹੈ ਕਿ ਸਾਨੂੰ ਜਿਹੜੀ ਪਾਇਲਸ ਦੀ ਸਮੱਸਿਆ ਆਉਂਦੀ ਹੈ। ਫੋਰ ਐਗਜ਼ਾਮਪਲ, ਅਸੀਂ ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ, ਬਹੁਤ ਜ਼ਿਆਦਾ ਰੁੱਖੀਆਂ ਚੀਜ਼ਾਂ, ਤਲੀਆਂ ਭੁੰਨੀਆਂ ਚੀਜ਼ਾਂ, ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਡੇਲੀ ਟੂ ਡੇਲੀ ਯੂਜ਼ ਕਰਦੇ ਹਾਂ, ਉਹਦੇ ਕਰਕੇ ਇਹ ਚੀਜ਼ਾਂ ਸਾਨੂੰ ਕੌਨਸਟੀਪੇਸ਼ਨ ਕਰਨਾ ਸਟਾਰਟ ਕਰ ਦਿੰਦੀਆਂ ਔਰ ਵਿਦ ਦਾ ਟਾਈਮ ਇਹ ਜਿਹੜਾ ਹੈ ਅੱਗੇ ਐਗਰਾਵੇਟ ਹੋ ਕੇ ਪਾਇਲਸ ਦੀ ਇੱਕ ਜਿਹੜੀ ਪ੍ਰੋਬਲਮ ਦੇ ਵਿੱਚ ਰੂਪ ਧਾਰਨ ਕਰ ਲੈਂਦੀ ਹੈ, ਪਾਇਲਸ ਦਾ। ਓਕੇ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਖਾਜ ਹੋਣਾ ਤੇ ਕਬਜ਼ ਹੋਣਾ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ।
ਡਾਕਟਰ ਸਾਹਿਬ ਇਸ ਦੇ ਚੀਜ਼ ਦੇ ਲੱਛਣ ਕੀ ਨੇ? ਇੱਕ ਮਰੀਜ਼ ਹੈ ਜਿਹੜਾ ਉਹ ਕਿਸ ਤਰ੍ਹਾਂ ਬਚ ਸਕਦਾ ਹੈ? ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਕਿਸ ਤਰ੍ਹਾਂ ਬਚ ਸਕਦਾ ਹੈ? ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਉਹ ਕੀ ਲੱਛਣ ਹੁੰਦੇ ਆ ਜਿਸ ਦਾ ਖਿਆਲ ਰੱਖ ਕੇ ਜਿਹੜਾ ਮਰੀਜ਼ ਆਪਣੀ ਸਿਹਤ ਦੀ ਸੰਭਾਲ ਰੱਖ ਸਕਦਾ ਹੈ? ਜੀ, ਬਿਲਕੁਲ, ਬਿਲਕੁਲ ਸਰ। ਦੇਖੋ ਸਰ, ਸਭ ਤੋਂ ਪਹਿਲੀ ਜਿਹੜੀ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਇਹਦੇ ਵਿੱਚ, ਉਹ ਹੈ ਕਿ ਆਪਾਂ ਕਦੇ ਵੀ ਕਬਜ਼ ਨੂੰ ਇੰਨਾ ਭਿਆਨਕ ਰੂਪ ਦੇ ਵਿੱਚ ਪੈਦਾ ਹੀ ਨਾ ਹੋਣ ਦੇਈਏ, ਉਹਨੂੰ ਪਹਿਲੇ ਉਚੇਚੇ ਤੌਰ ਤੇ ਹੀ ਉਹਨੂੰ ਖ਼ਤਮ ਕਰ ਦੇਈਏ, ਸਟਾਰਟਿੰਗ ਦੇ ਵਿੱਚ ਹੀ ਉਹਨੂੰ ਖ਼ਤਮ ਕਰ ਦੇਈਏ ਤਾਂ ਕਿ ਇਹ ਗੰਭੀਰ ਬਿਮਾਰੀ ਦਾ ਰੂਪ ਉਹ ਲੈ ਹੀ ਨਾ ਸਕੇ। ਸੋ ਉਹਦੇ ਵਾਸਤੇ ਸਾਡੇ ਕੋਲ ਬਾਇਓਗਿਰੀ ਫਾਰਮਾਸਿਊਟੀਕਲਸ ਜਿਹੜੀ ਆਪਣੇ ਨਿਊਟਰਾਸਿਊਟੀਕਲਸ ਹੈਗੀ ਹੈ, ਉਹਨਾਂ ਦਾ ਪ੍ਰੋਡਕਟ ਹੈਗਾ ਹੈਪੀ ਟਮੀ, ਤੇ ਉਹ ਇੱਕ ਲੈਗਜ਼ੇਟਿਵ ਪਾਊਡਰ ਹੈ ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਡੇਲੀ ਲਾਈਫ ਦੇ ਵਿੱਚ। ਔਰ ਈਵਨ ਸਾਡੇ ਕੋਲ ਹੁਣ ਇੱਕ ਨਵਾਂ ਆਪਾਂ ਪ੍ਰੋਡਕਟ ਲਾਂਚ ਕੀਤਾ ਹੈ ਜਿਹਦੇ ਵਿੱਚ 1 ਹਫ਼ਤੇ ਜਾਂ 4-5 ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਾਈਲਜ਼ ਦੀ ਪ੍ਰੋਬਲਮ ਹੈ ਉਹ ਜੜੋਂ ਖਤਮ ਹੋ ਸਕਦੀ ਹੈ, ਜੇ ਤੁਸੀਂ ਉਹਨੂੰ ਬਹੁਤ ਪ੍ਰੋਪਰਲੀ ਟਾਈਮਿੰਗ ਦੇ ਨਾਲ, ਬਹੁਤ ਪ੍ਰੋਪਰ ਡਾਇਟ ਦੇ ਨਾਲ ਫੋਲੋ ਕਰਦੇ ਹੋ ਤਾਂ ਤੁਹਾਨੂੰ ਬਹੁਤ ਅੱਛਾ ਉਹਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲੇਗਾ। ਅੱਛਾ ਸਰ, ਤੁਸੀਂ ਦੱਸਿਆ ਕਿ ਜਿਹੜਾ ਬਾਇਓਗ੍ਰੀ ਹੈ ਉਸਨੇ ਇੱਕ ਪ੍ਰੋਡਕਟ ਲਾਂਚ ਕੀਤਾ ਹੈ, ਤਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਦੱਸੋ ਕਿ ਇਸ ਚੀਜ਼ ਦਾ ਜਿਹੜੀ ਬਵਾਸੀਰ ਹੈ ਜਾਂ ਕਬਜ਼ ਹੈ, ਫਿਰ ਕਿੰਨੇ ਦਿਨਾਂ ਦੇ ਵਿੱਚ ਇਸ ਚੀਜ਼ ਦਾ ਇਲਾਜ ਹੋ ਸਕਦਾ ਹੈ? ਤੇ ਜਿਹੜੇ ਸਾਡੇ ਦਰਸ਼ਕ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਉਹਨਾਂ ਦੇ ਸਾਕ ਸੰਬੰਧੀਆਂ ਨੂੰ ਕੋਈ ਸਮੱਸਿਆ, ਤਾਂ ਇਹਨਾਂ ਪ੍ਰੋਡਕਟਾਂ ਨੂੰ ਕਿੱਥੋਂ ਖਰੀਦਿਆ ਜਾ ਸਕਦਾ ਹੈ? ਜੀ, ਬਿਲਕੁਲ। ਸਰ ਮੈਂ ਦੱਸਣਾ ਚਾਹਾਂਗਾ ਕਿ ਰੀਸੈਂਟਲੀ ਹੀ ਸਾਡਾ ਜਿਹੜਾ ਪ੍ਰੋਡਕਟ ਮੈਂ ਤੁਹਾਨੂੰ ਦੱਸਿਆ ਹੈ ਕਿ ਬਾਇਓਗਿਰੀ ਨੇ ਲਾਂਚ ਕੀਤਾ, ਪਾਈਲਸ ਦੇ ਲਈ ਸਪੈਸ਼ਲੀ ਡਿਜ਼ਾਇਨ ਕੀਤਾ ਗਿਆ ਹੈ। ਉਹਦੇ ਵਿੱਚ ਕੁਛ ਇੱਦਾਂ ਦੀ ਔਸ਼ਧੀਆਂ, ਕੁਛ ਇੱਦਾਂ ਦੇ ਤੱਤ ਪਾਏ ਗਏ ਹੈ ਜਿਹੜੇ ਕਿ ਸਪੈਸੀਫਿਕਲੀ ਪਾਈਲਸ ਨੂੰ ਠੀਕ ਕਰਦੇ ਨੇ। ਔਰ ਉਹਨਾਂ ਨੂੰ ਆਪਾਂ ਜੇ 1 ਹਫ਼ਤੇ ਰੈਗੂਲਰ ਯੂਜ਼ ਕਰੀਏ, ਕਿ ਕੁਝ ਟੈਬਲੇਟਸ ਦੀਆਂ 2 ਟੈਬਲੇਟਸ ਸਵੇਰੇ ਸ਼ਾਮ ਤੇ ਦੁਪਹਿਰੇ ਆਪਾਂ ਉਹਨਾਂ ਨੂੰ ਯੂਜ਼ ਕਰੀਏ 3 ਟਾਈਮ, ਤੇ ਉਹਨਾਂ ਦਾ ਹਫ਼ਤੇ ਭਰ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ। ਬਾਕੀ ਜਿਹੜਾ ਹੈਪੀ ਟਮੀ ਇੱਕ ਇੱਦਾਂ ਦਾ ਲੈਗਜ਼ੇਟਿਵ ਹੈ ਜਿਹਨੂੰ ਤੁਸੀਂ ਡੇਲੀ ਬੇਸਿਸ ਤੇ ਯੂਜ਼ ਕਰਦੇ ਹੋ, ਐਂਡ ਇਟਸ ਨਾਟ ਅ ਹੈਬੀਚੁਏਟਿੰਗ ਲੈਗਜ਼ੇਟਿਵ, ਉਹ ਹੈਬਿਟ ਨਹੀਂ ਫਾਰਮ ਕਰਦਾ ਹੈ। ਤੇ ਉਹਦੇ ਵਿੱਚ ਜਿਹੜੇ ਦਰਵ ਪਏ ਹੋਏ ਹੈ, ਔਸ਼ਧਾਂ ਪਈਆਂ ਹੋਈਆਂ ਨੇ, ਕੁਛ ਇੱਦਾਂ ਦੀਆਂ ਮੈਡੀਸਿਨਸ ਪਈਆਂ ਹੋਈਆਂ ਜਿਹੜੀਆਂ ਬਿਲਕੁਲ ਪਿਓਰ ਨੇ, ਬਿਲਕੁਲ ਹਰਬਲ ਨੇ ਔਰ ਬਿਲਕੁਲ 100% ਸੇਫ ਨੇ। ਤੇ ਜੇ ਤੁਸੀਂ ਉਹਨਾਂ ਨੂੰ ਡੇਲੀ ਬੇਸਿਸ ਤੇ ਲਓਗੇ ਤੇ ਤੁਹਾਨੂੰ ਖੁਦ ਨੂੰ ਇਫੈਕਟ ਦਿਖਣਾ ਸਟਾਰਟ ਹੋਏਗਾ। ਐਂਡ ਪਰਸਨਲੀ ਮੈਂ ਖੁਦ ਉਹ ਚੀਜ਼ ਯੂਜ਼ ਕਰਦਾ ਹੈ, ਤੇ ਇਸ ਕਰਕੇ ਮੈਂ ਤੁਹਾਨੂੰ ਵੀ ਰਿਕਮੈਂਡ ਕਰਾਂਗਾ ਕਿ ਹੈਪੀ ਟਮੀ ਲੈਗਜ਼ੇਟਿਵ ਜਿਹੜਾ ਹੈ ਉਹ ਤੁਸੀਂ ਯੂਜ਼ ਕਰਨਾ ਸਟਾਰਟ ਕਰੋਗੇ ਤਾਂ ਤੁਹਾਨੂੰ ਡੈਫੀਨੇਟਲੀ ਉਹਦਾ ਅੱਛਾ ਰਿਜ਼ਲਟ ਮਿਲੇਗਾ। ਔਰ ਕੌਨਸਟੀਪੇਸ਼ਨ ਔਰ ਅੱਗੇ ਆਉਣ ਵਾਲੀ ਜਿਹੜੀ ਪ੍ਰੋਬਲਮ ਹੈ ਜਿਵੇਂ ਕਿ ਬਵਾਸੀਰ, ਤੇ ਉਸ ਤੋਂ ਤੁਸੀਂ ਰਾਹਤ ਪਾ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਬਜ਼ ਬਵਾਸੀਰ ਦੇ ਨਾਲ ਜੁੜੀ ਹੁੰਦੀ ਹੈ, ਤੇ ਨਾਲ ਦੀ ਨਾਲ ਜਿਹੜੀ ਖੁਜਲੀ ਹੁੰਦੀ ਹੈ ਉਹ ਵੀ ਬਵਾਸੀਰ ਦੇ ਨਾਲ ਜੁੜੀ ਹੁੰਦੀ ਹੈ। ਕੀ ਜਿਹੜਾ ਜੀ ਪੇਟ ਦੇ ਵਿੱਚ, ਢਿੱਡ ਦੇ ਵਿੱਚ ਜਿਹੜੀ ਜਲਣ ਹੁੰਦੀ ਹੈ, ਉਹ ਵੀ ਇਸੇ ਚੀਜ਼ ਦਾ ਲੱਛਣ ਹੈ? ਜੀ, ਬਿਲਕੁਲ, ਬਿਲਕੁਲ। ਤੁਸੀਂ ਕਹਿ ਸਕਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਜਿਵੇਂ ਕਿ ਅਪਚ ਹੈ, ਐਸਿਡਿਟੀ ਹੈ, ਗੈਸ ਹੈ, ਬਲੋਟਿੰਗ ਹੈ, ਇੰਡਾਈਜੈਸ਼ਨ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ, ਤੇ ਇਹ ਸਾਰੀਆਂ ਕੌਂਸਟੀਪੇਸ਼ਨਸ ਦੇ ਨਾਲ ਜਿਹੜੀਆਂ ਹੈ ਜੁੜੀਆਂ ਹੋਈਆਂ ਨੇ। ਤੇ ਜਿਹੜੀ ਮੈਡੀਸਨਸ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡਾ ਜਿਹੜਾ ਲੈਗਜ਼ੇਟਿਵ ਹੈ ਜਾਂ ਜਿਹੜੀ ਸਾਡੀਆਂ ਆਯੁਰਵੈਦਿਕ ਔਸ਼ਧੀਆਂ ਨੇ, ਉਹਨਾਂ ਦੀ ਸਭ ਤੋਂ ਖਾਸ ਗੱਲ ਇਹ ਆ, ਉਹਨਾਂ ਦੀ ਇੱਕ ਕਹਿ ਲਓ ਖੂਬੀ ਇਹ ਹੈ ਕਿ ਉਹ ਇੱਕ ਚੀਜ਼ ਨੂੰ ਠੀਕ ਕਰਦੇ ਕਰਦੇ ਹੋਏ ਸਾਰੇ ਜਿਹੜੀ ਪ੍ਰੋਬਲਮਸ ਨੂੰ ਹੈ ਉਹ ਸਾਈਡ ਬਾਏ ਸਾਈਡ ਉਹਨਾਂ ਨੂੰ ਵੀ ਨਲ ਐਂਡ ਵੋਇਡ ਕਰ ਦਿੰਦੀਆਂ ਨੇ, ਯਾਨੀ ਕਿ ਉਹਨਾਂ ਨੂੰ ਵੀ ਰੈਕਟੀਫਾਈ ਕਰ ਦਿੰਦੀਆਂ। ਸੋ ਮੇਰਾ ਸੁਜੈਸ਼ਨ ਇਹ ਹੈ ਕਿ ਤੁਸੀਂ ਆਯੁਰਵੇਦ ਅਪਣਾਓ ਔਰ ਖੁਦ ਤੁਸੀਂ ਇਹਨੂੰ ਮਹਿਸੂਸ ਕਰਕੇ ਦੇਖੋ ਕਿ ਤੁਹਾਡੀ ਪ੍ਰੋਬਲਮਸ ਜਿਹੜੀਆਂ ਹੈ ਇਹਨਾਂ ਮੈਡੀਸਿਨਸ ਨੂੰ ਖਾਣ ਤੋਂ ਬਾਅਦ ਕਿੱਦਾਂ ਡਿਸਅਪੀਅਰ ਹੁੰਦੀਆਂ ਨੇ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਹੈਪੀ ਟਮੀ ਜਿਹੜਾ ਬਾਇਓਗਰੀ ਦਾ ਪ੍ਰੋਡਕਟ ਹੈ ਉਸ ਦੀ ਗੱਲ ਕੀਤੀ ਹੈ, ਤਾਂ ਜਿਹੜਾ ਜੀ ਹੈਪੀ ਟਮੀ ਹੈ ਜੀ, ਉਹ ਇਕੱਲੇ ਬਵਾਸੀਰ ਦਾ ਇਲਾਜ ਕਰਦਾ ਜਾਂ ਫਿਰ ਜਿਹੜੀ ਪੇਟ ਦੇ ਵਿੱਚ ਜਲਣ ਹੁੰਦੀ ਹੈ ਜਾਂ ਗੁਦੇ ਤੇ ਖਾਜ ਹੁੰਦੀ ਹੈ ਤੇ ਨਾਲ ਦੀ ਨਾਲ ਜਿਹੜੀ ਬਵਾਸੀਰ ਹੈ, ਇਹਨਾਂ ਤਿੰਨੇ ਚਾਰੇ ਚੀਜ਼ਾਂ ਦਾ ਇਲਾਜ ਕਰਦਾ, ਜਾਂ ਫਿਰ ਜਿਹੜੀ ਕੰਪਨੀ ਹੈ ਉਸ ਵੱਲੋਂ ਅਲੱਗ-ਅਲੱਗ ਪ੍ਰੋਡਕਟ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਲਾਂਚ ਕੀਤੇ ਗਏ ਆ ਜੀ? ਬਿਲਕੁਲ, ਬਿਲਕੁਲ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਰ, ਜਿੱਦਾਂ ਕਿ ਕੋਈ ਵੀ ਮੈਡੀਸਨਸ ਜਿਹੜੀਆਂ ਕਿ ਆਯੁਰਵੇਦ ਦੇ ਵਿੱਚ ਆਪਾਂ ਦਿੰਦੇ ਹੈ, ਉਹਨਾਂ ਦੇ ਵਿੱਚ ਮੈਡੀਸਨਸ ਇੱਕ ਨੇ, ਬਟ ਉਹਨਾਂ ਦੇ ਫਾਇਦੇ ਅਨੇਕ ਨੇ। ਯਾਨੀ ਕਿ ਜੇ ਤੁਹਾਨੂੰ ਉਹਦੇ ਵਿੱਚ ਇੱਕ ਮੁਲੱਠੀ ਆਪਾਂ ਪਾਈ ਹੈ ਜਾਂ ਆਪਾਂ ਸੌਂਫ ਪਾਈ ਹੈ, ਤੇ ਉਹ ਐਸਿਡਿਟੀ ਵਿੱਚ ਵੀ ਕੰਮ ਕਰੇਗੀ, ਉਹ ਅਫਾਰੇ ਵਿੱਚ ਵੀ ਕੰਮ ਕਰੇਗੀ, ਉਹ ਗੈਸ ਦੇ ਵਿੱਚ ਵੀ ਕੰਮ ਕਰੇਗੀ, ਉਹ ਇੰਡਾਈਜੈਸ਼ਨ ਦੇ ਵਿੱਚ ਵੀ ਕੰਮ ਕਰੇਗੀ, ਤੇ ਨਾਲ ਹੀ ਨਾਲ ਉਹ ਕੌਂਸਟੀਪੇਸ਼ਨ ਤੇ ਵੀ ਕੰਮ ਕਰੇਗੀ। ਤੇ ਜਦੋਂ ਇੱਕ ਪ੍ਰੋਡਕਟ ਇੰਨੀਆਂ ਜ਼ਿਆਦਾ
ਮਲਟੀ ਫੈਸੇਟਡ ਨੇ, ਇੰਨਾ ਜ਼ਿਆਦਾ ਉਹਨਾਂ ਦਾ ਮਲਟੀਪਰਪਜ਼ ਨੇ, ਤਾਂ ਡੈਫੀਨੇਟਲੀ ਇਹਦੇ ਵਿੱਚ ਕੁਛ ਇੱਦਾਂ ਦੇ ਤੱਤ ਹੋਰ ਵੀ ਨੇ ਜਿਹੜੇ ਕਿ ਇੱਕ ਪ੍ਰੋਬਲਮਸ ਦੇ ਨਾਲ ਨਾਲ ਬਾਕੀ ਪ੍ਰੋਬਲਮਸ ਨੂੰ ਵੀ ਸਬਸਾਈਡ ਕਰਨਗੇ, ਤੇ ਤੁਸੀਂ ਬਿਲਕੁਲ ਉਹਨਾਂ ਨੂੰ ਕੰਜ਼ਿਊਮ ਕਰਦੇ ਹੋ ਜੇ ਅੱਛੇ ਤਰੀਕੇ, ਰੈਗੂਲਰ ਤਰੀਕੇ, ਤਾਂ ਤੁਹਾਡੀਆਂ ਪ੍ਰੋਬਲਮਸ ਤੁਸੀਂ ਖੁਦ ਦੇਖੋਗੇ ਕਿ ਆਫਟਰ ਸਮ ਟਾਈਮ ਆਫ ਯੂਜ਼ ਯੂ ਵਿਲ ਫਾਈਂਡ ਦਾ ਗੁੱਡ ਰਿਜ਼ਲਟਸ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਹੈਪੀ ਟੰਮੀ ਦੀ ਗੱਲ ਕੀਤੀ ਹੈ, ਤਾਂ ਉਹ ਇੱਕ ਹੈਪੀ ਟੰਮੀ ਜਦੋਂ ਵਿਅਕਤੀ ਵਰਤੋਂ ਕਰਦਾ ਹੈ, ਤਾਂ ਉਸ ਦੇ ਨਾਲ ਹੋਰ ਕਿਹਨਾਂ ਗੱਲਾਂ ਦਾ ਉਸ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ? ਬਿਲਕੁਲ। ਮੈਂ ਇਹਦੇ ਵਿੱਚ ਤੁਹਾਨੂੰ ਸਰ ਦੱਸਣਾ ਚਾਹਾਂਗਾ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਹਾਨੂੰ ਆਪਣੀ ਦਿਨਚਰਿਆ, ਜਿਵੇਂ ਕਿ ਤੁਹਾਡਾ ਖਾਣ ਪੀਣ ਦਾ ਜਿਹੜਾ ਟਾਈਮ ਹੈ ਔਰ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਹੈ, ਉਹਨਾਂ ਦੇ ਉੱਪਰ ਨਿਯੰਤਰਣ ਕਰਨਾ ਬਹੁਤ ਜ਼ਰੂਰੀ ਹੈ। ਤੇ ਨਾਲ ਦੇ ਨਾਲ ਤੁਹਾਨੂੰ ਕੁਛ ਜਿਹੜੀਆਂ ਫਲ ਫਰੂਟ ਹੈ, ਸਬਜ਼ੀਆਂ ਹੈ, ਜਿਹੜਾ ਕਿ ਬਹੁਤ ਜ਼ਿਆਦਾ ਫਾਈਬਰ, ਨਿਊਟ੍ਰੀਸ਼ੀਅਸ ਰਿਚ ਹੁੰਦੀਆਂ ਹੈ, ਉਹਨਾਂ ਨੂੰ ਲੈਣਾ ਸਟਾਰਟ ਕਰਨਾ ਪਏਗਾ, ਤਾਂ ਕਿ ਤੁਹਾਡੇ ਜਿਹੜੀ ਕੌਨਸਟੀਪੇਸ਼ਨ ਹੈ ਉਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਅੱਛਾ ਇੰਪੈਕਟ ਰਹੇ ਔਰ ਅੱਛਾ ਉਹਦੇ ਵਿੱਚ ਤੁਹਾਨੂੰ ਰਿਲੀਫ ਮਿਲੇ। ਤੇ ਨਾਲ ਦੇ ਨਾਲ ਪਾਣੀ ਦੀ ਕੰਜ਼ੰਪਸ਼ਨ, ਯਾਨੀ ਕਿ ਆਪਣੀ ਬਾਡੀ ਨੂੰ ਹਾਈਡਰੇਟ ਰੱਖਣ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਤੁਹਾਨੂੰ, ਤੇ ਉਹ ਤੁਹਾਨੂੰ ਨਾਲ ਦੇ ਨਾਲ ਕਰਨਾ ਪਏਗਾ, ਜਿਹਦੇ ਵਿੱਚ ਤੁਸੀਂ ਕੋਸਾ ਪਾਣੀ, ਹਲਕਾ ਕੋਸਾ ਪਾਣੀ ਡੇਲੀ ਬੇਸਿਸ ਤੇ ਲੈ ਸਕਦੇ ਹੋ। ਫੋਰ ਐਗਜ਼ਾਮਪਲ ਸਵੇਰੇ ਸਾਡੇ ਆਯੁਰਵੇਦ 'ਚ ਦੱਸਿਆ ਗਿਆ ਹੈ ਊਸ਼ਾ ਪਾਨ, ਯਾਨੀ ਕਿ ਖਾਲੀ ਪੇਟ ਸਭ ਤੋਂ ਪਹਿਲੀ ਚੀਜ਼ ਜਿਹੜੀ ਕਰਨੀ ਚਾਹੀਦੀ ਹੈ ਉਹ ਪਾਣੀ ਪੀਣਾ ਚਾਹੀਦਾ ਹੈ, ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ, ਤੇ ਜੇ ਹੋਣਗੀਆਂ ਵੀ ਤੇ ਉਹ ਜੜੋਂ ਹੌਲੀ ਹੌਲੀ ਨਿਕਲ ਜਾਣਗੀਆਂ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹ ਐਲੋਪੈਥੀ ਵੱਲ ਜ਼ਿਆਦਾ ਭੱਜਦੀ ਹੈ ਤੇ ਆਯੁਰਵੈਦਿਕ ਵੱਲ ਘੱਟ ਭੱਜਦੀ ਹੈ। ਉਹਨਾਂ ਦਾ ਤਰਕ ਇਹ ਹੁੰਦਾ ਹੈ ਕਿ ਐਲੋਪੈਥੀ ਦੇ ਵਿੱਚ ਨਾਲ ਦੀ ਨਾਲ ਇਲਾਜ ਹੋ ਜਾਂਦਾ ਹੈ ਤੇ ਆਯੁਰਵੈਦਿਕ ਦੇ ਵਿੱਚ ਬੜਾ ਸਲੋ ਇਲਾਜ ਹੁੰਦਾ ਹੈ। ਉਹਨਾਂ ਜਿਹੜੇ ਇਸ ਤਰ੍ਹਾਂ ਨੌਜਵਾਨ ਪੀੜ੍ਹੀ ਸੋਚਦੀ ਹੈ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਰ ਇਹ ਤੁਸੀਂ ਬਹੁਤ, ਜਿਹਨੂੰ ਕਹਿ ਸਕਦੇ ਆ, ਬਹੁਤ ਅੱਛਾ ਸਵਾਲ ਪੁੱਛਿਆ, ਔਰ ਤੁਹਾਡੇ ਰਾਹੀਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਇਹ ਉਹਨਾਂ ਦੇ ਦਿਮਾਗ 'ਚ ਜਿਹੜਾ ਮਿਥਕ ਹੈ ਉਹਨੂੰ ਤੋੜ ਦੇਣ ਕਿ ਆਯੁਰਵੈਦਿਕ 'ਚ ਬਹੁਤ ਸਲੋ ਟਰੀਟਮੈਂਟ ਹੈ ਜਾਂ ਬਹੁਤ ਸਲੋ ਜਿਹੜਾ ਹੈ ਉਹਨਾਂ ਦੀਆਂ ਮੈਡੀਸਿਨਸ ਕੰਮ ਕਰਦੀਆਂ, ਇੱਦਾਂ ਨਹੀਂ ਹੈ। ਬਸ ਇਹ ਹੈ ਕਿ ਤੁਸੀਂ ਵਿਸ਼ਵਾਸ ਰੱਖੋ, ਤੁਸੀਂ ਥੋੜ੍ਹਾ ਟਾਈਮ ਦੇ ਨਾਲ, ਪੇਸ਼ੈਂਸ ਦੇ ਨਾਲ ਸਾਨੂੰ ਟਾਈਮ ਦੇਣਾ ਸਟਾਰਟ ਕਰੋ, ਆਯੁਰਵੇਦ 'ਚ ਆਉਣ ਦੀ ਕੋਸ਼ਿਸ਼ ਕਰੋ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਆਪਣਾ ਪੈਥੀ ਜਿਹੜੀ ਹੈ, ਜਿਹਨੂੰ ਆਯੁਰਵੇਦ ਆਪਾਂ ਕਹਿੰਦੇ ਹਾਂ, ਇਹਦੇ ਵਿੱਚ ਜੇ ਅਸੀਂ ਕੋਈ ਚੀਜ਼ ਠੀਕ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਦੇਵਾਂਗੇ। ਤੇ ਦੂਜੇ ਥਾਂ ਜੇ ਤੁਸੀਂ ਐਲੋਪੈਥਿਕ ਮੈਡੀਸਿਨਸ ਦੀ ਗੱਲ ਕਰ ਰਹੇ ਹੋ ਤੇ ਉਹਦੇ ਵਿੱਚ ਕੋਈ ਵੀ ਜਿਹੜੀ ਤੁਸੀਂ ਮੈਡੀਸਿਨਸ ਦੀ ਗੱਲ ਕਰੋ, ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਾਂ ਪਾਈਲਸ ਦੇ ਵਿੱਚ ਜਾਂ ਜੋ ਵੀ ਚੀਜ਼ਾਂ ਕੌਨਸਟੀਪੇਸ਼ਨ ਦੇ ਵਿੱਚ ਕੁਛ ਇੱਦਾਂ ਦੀਆਂ ਡਲਕੋਲੈਕਸ ਜਾਂ ਕੁਛ ਹੈਬੀਚੁਏਟਿੰਗ ਫਾਰਮਿੰਗ ਜਿਹੜੇ ਲੈਗਜ਼ੇਟਿਵਸ ਹੈ ਉਹ ਆਪਾਂ ਲੈਂਦੇ ਹਾਂ, ਤੇ ਉਹਦੇ ਕਰਕੇ ਸਾਨੂੰ ਇੱਕ ਆਦਤ ਪੈ ਜਾਂਦੀ ਹੈ ਔਰ ਆਪਾਂ ਉਹਨਾਂ ਨੂੰ ਛੱਡ ਨਹੀਂ ਸਕਦੇ, ਔਰ ਉਹਦੇ ਕਰਕੇ ਸਾਨੂੰ ਥੋੜ੍ਹੀਆਂ ਜਿਹੀਆਂ ਕੰਪਲੀਕੇਸ਼ਨਸ ਅੱਗੇ ਆਉਣ ਵਾਲੇ ਟਾਈਮ 'ਚ ਪੇਟ ਦੀਆਂ ਅਰਾਈਜ਼ ਹੋ ਸਕਦੀਆਂ ਨੇ। ਸੇਮ ਵਿਦ ਦ ਪਾਈਲਸ ਦੇ ਵਿੱਚ ਕੁਛ ਇੱਦਾਂ ਦੀਆਂ ਮੈਡੀਸਿਨਸ, ਐਲੋਪੈਥਿਕ ਮੈਡੀਸਿਨਸ ਹੁੰਦੀਆਂ ਨੇ ਜਿਹੜੀਆਂ ਫੋਰ ਐਗਜ਼ਾਮਪਲ ਸਟੇਰੋਇਡ ਆਪਾਂ ਯੂਜ਼ ਕਰਦੇ ਹੈ ਜਾਂ ਕੁਛ ਐਨੈਸਥੈਟਿਕ ਜੈਲਸ ਹੈ ਜਿਹੜੇ ਆਪਾਂ ਯੂਜ਼ ਕਰਦੇ ਆ, ਜਿਹੜੇ ਕਿ ਬਾਅਦ ਦੇ ਵਿੱਚ ਤੁਹਾਨੂੰ ਨੁਕਸਾਨ ਹੀ ਕਰਨਗੇ। ਸੋ ਇਸ ਤੋਂ ਬੈਟਰ ਹੈ ਕਿ ਤੁਸੀਂ ਟਾਈਮ ਸਿਰ ਸਾਡੇ ਕੋਲ ਆਓ, ਆਯੁਰਵੇਦ ਨੂੰ ਅਪਣਾਓ, ਔਰ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਸ ਕੁਛ ਟਾਈਮ ਦੇ ਵਿੱਚ ਜੜ ਤੋਂ ਨਿਕਲਣਾ ਸਟਾਰਟ ਹੋ ਜਾਏਗੀ ਔਰ ਬਹੁਤ ਹੀ ਛੇਤੀ ਤੁਹਾਨੂੰ ਆਪਣੀ ਪ੍ਰੋਬਲਮ ਤੋਂ ਰਾਹਤ ਮਿਲੇਗੀ। ਅੱਛਾ ਡਾਕਟਰ ਸਾਹਿਬ, ਇੱਕ ਅਸੀਂ ਆਪਣੇ ਆਲੇ ਦੁਆਲੇ ਅਕਸਰ ਦੇਖਦੇ ਹਾਂ ਕਿ ਲੋਕ ਕਹਿੰਦੇ ਆ ਕਿ ਅਸੀਂ ਬਹੁਤ ਥਾਂ ਤੋਂ ਦਵਾਈ ਖਾ ਚੁੱਕੇ ਹਾਂ ਪਰ ਕੋਈ ਹੀਲਾ ਨਹੀਂ ਹੁੰਦਾ, ਕਿਉਂਕਿ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਉਹਨਾਂ ਤੇ ਬੈਡ ਇਫੈਕਟ ਹੈ ਜਿਹੜਾ ਦਵਾਈਆਂ ਦਾ ਪੈ ਚੁੱਕਿਆ। ਆਯੁਰਵੈਦਿਕ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵੀ ਇਲਾਜ ਹੋ ਸਕਦਾ ਹੈ ਕਿ ਉਹਨਾਂ ਦਾ ਜਦੋਂ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ, ਉਸ ਸਥਿਤੀ ਦੇ ਵਿੱਚ ਵੀ ਇਲਾਜ ਹੈ ਕੋਈ ਜੀ? ਬਿਲਕੁਲ ਬਿਲਕੁਲ, ਦੇਖੋ ਸਰ ਇਸ ਤਰੀਕੇ ਹੈ, ਮੈਂ ਆਪਣੀ ਕਲੀਨਿਕਲ ਪ੍ਰੈਕਟਿਸ ਦੀ ਗੱਲ ਕਰ ਰਿਹਾ ਕਿ ਮੈਂ ਕਈ ਇਸ ਤਰੀਕੇ ਦੇ ਵੀ ਪੇਸ਼ੈਂਟਸ ਦੇਖੇ ਜਿਹੜੇ ਪੀਜੀਆਈ ਤੇ ਏਮਸ ਤੋਂ ਨਾ ਲੈ ਕੇ ਆਏ ਹੋਏ ਸੀਗੇ, ਤੇ ਅਸੀਂ ਉਹਨਾਂ ਨੂੰ ਟਰੀਟ ਕੀਤਾ ਹੈ। ਕਿਉਂ? ਕਿਉਂਕਿ ਸਾਡੀ ਜਿਹੜੀ ਸਾਇੰਸ ਹੈ, ਸਾਡਾ ਜਿਹੜੀ ਪੈਥੀ ਹੈ, ਉਹ ਡਿਪੈਂਡ ਕਰਦੀ ਹੈ ਤ੍ਰਿਦੋਸ਼ ਦੇ ਉੱਪਰ, ਤੇ ਜੇ ਦੋਸ਼ ਨੂੰ ਅਸੀਂ ਆਈਡੈਂਟੀਫਾਈ ਕਰਕੇ ਉਸ ਦਾ ਇਲਾਜ ਕਰਾਂਗੇ ਤਾਂ ਡੈਫੀਨੇਟਲੀ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜੜ ਤੋਂ ਚੱਕਿਆ ਜਾਏਗਾ, ਔਰ ਜਦੋਂ ਜੜ ਹੀ ਕੱਟੀ ਗਈ ਤੇ ਫਿਰ ਉਹ ਚੀਜ਼ਾਂ ਕਦੇ ਅੱਗੇ ਨਹੀਂ ਪਣਪਣਗੀਆਂ। ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਤੁਸੀਂ ਟਾਈਮ ਸਿਰ ਸਾਡੇ ਕੋਲ ਆਓਗੇ ਔਰ ਬਹੁਤ ਜ਼ਿਆਦਾ ਲੇਟ ਨਹੀਂ ਕਰੋਗੇ ਤਾਂ ਸਾਡੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਹੈ, ਬਸ਼ਰਤੇ ਤੁਸੀਂ ਸਾਡੇ ਉੱਪਰ ਭਰੋਸਾ ਕਰੋ।
ਅੱਛਾ ਡਾਕਟਰ ਸਾਹਿਬ, ਇਸ ਦੀ ਕੋਈ ਏਜ ਲਿਮਟ ਵੀ ਹੁੰਦੀ ਹੈ, ਜਾਂ ਨੌਜਵਾਨ ਪੀੜ੍ਹੀ ਦੇ ਵਿੱਚ ਹੋ ਸਕਦਾ ਹੈ, ਜਾਂ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਹੋ ਸਕਦਾ ਹੈ? ਕਿਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜੀ ਇਹ ਚੀਜ਼? ਬਿਲਕੁਲ ਜਿਹੜੀ ਤੁਸੀਂ ਸਰ ਗੱਲ ਕਰ ਰਹੇ ਹੋ ਅੱਜ-ਕੱਲ੍ਹ ਇਹ ਜਿਹੜੀ ਪ੍ਰੋਬਲਮ ਹੈ ਇਹ ਤਾਂ ਬਹੁਤ ਕਾਮਨ ਹੋ ਗਈ ਹੈ ਹੁਣ ਜਿਹੜੀ ਕੌਂਸਟੀਪੇਸ਼ਨ ਤੇ ਪਾਇਲਸ ਦੀ ਹੈ। ਪਹਿਲਾਂ ਇਹ ਆਪਾਂ ਮੰਨ ਕੇ ਚੱਲਦੇ ਸੀਗੇ ਕਿ 40-45 ਵਰ੍ਹੇ ਦੀ ਜਿਹੜੀ ਉਮਰ ਹੈ ਉਸ ਤੋਂ ਬਾਅਦ 70-80 ਸਾਲ ਤੱਕ ਇਹ ਪ੍ਰੋਬਲਮ ਹੁੰਦੀ ਰਹਿੰਦੀ ਸੀਗੀ। ਬਟ ਅੱਜ-ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਖਾਣ-ਪਾਨ, ਉਹਨਾਂ ਦੇ ਲਾਈਫ ਸਟਾਈਲ ਦੇ ਚੇਂਜ ਹੋਣ ਕਰਕੇ ਇਹ ਪ੍ਰੋਬਲਮ ਹੁਣ 20-25 ਸਾਲਾਂ ਤੋਂ ਸਟਾਰਟ ਹੋ ਕੇ ਉਹੀ 70 ਸਾਲ ਤੱਕ, 80 ਸਾਲ ਤੱਕ ਨੋਰਮਲ ਪਾਈ ਜਾ ਰਹੀ ਹੈ। ਸੋ ਸਭ ਤੋਂ ਇੰਪੋਰਟੈਂਟ ਫੈਕਟਰ ਇਹਦੇ ਵਿੱਚ ਉਹੀ ਮੈਂ ਤੁਹਾਨੂੰ ਦੱਸਿਆ ਕਿ ਸਟ੍ਰੈਸ, ਬਹੁਤ ਜ਼ਿਆਦਾ ਖਾਣ-ਪਾਨ ਦੇ ਵਿੱਚ ਬਦਲਾਵ ਕਰਨਾ, ਬਹੁਤ ਫਾਸਟ ਫੂਡ, ਜੰਕ ਫੂਡ ਦੀ ਜਿਹੜੀ ਮਾਤਰਾ ਜ਼ਿਆਦਾ ਮਾਤਰਾ ਦੇ ਵਿੱਚ ਕੰਜ਼ੰਪਸ਼ਨ ਕਰਨਾ ਤੇ ਫਲ ਫਰੂਟ, ਹਰੀ ਸਬਜ਼ੀਆਂ ਨੂੰ ਦਰਕਿਨਾਰ ਕਰਨਾ, ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਕਿ ਇਹਨਾਂ ਚੀਜ਼ਾਂ ਨੂੰ ਐਡ ਅਪ ਕਰਦੀਆਂ ਨੇ ਔਰ ਇਹਨਾਂ ਚੀਜ਼ਾਂ ਨੂੰ ਐਗਰੇਵੇਟ ਕਰਦੀਆਂ ਨੇ, ਇਹਨਾਂ ਪ੍ਰੋਬਲਮਸ ਨੂੰ ਜਨਮ ਦਿੰਦੀਆਂ ਨੇ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਕਹੀ ਜਾ ਰਹੀ ਹੈ ਕਿ ਕਰੋਨਾ ਜਿਹੜੀ ਮਹਾਮਾਰੀ ਸੀ ਉਸ ਤੋਂ ਬਾਅਦ ਇਹ ਚੀਜ਼ ਜ਼ਿਆਦਾ ਵਾਪਰ ਰਹੀ ਹੈ, ਜ਼ਿਆਦਾ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਕੋਈ ਸੰਬੰਧ ਹੈ, ਜਾਂ ਫਿਰ ਇਹ ਇੱਕ ਇਤਫਾਕ ਹੀ ਮੰਨਿਆ ਜਾਵੇ ਜੀ? ਜੀ ਬਿਲਕੁਲ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਛ ਖਾਣ-ਪੀਣ ਦਾ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਆਯੁਰਵੇਦ ਦੇ ਵਿੱਚ ਚੀਜ਼ਾਂ ਮੰਨੀਆਂ ਗਈਆਂ ਨੇ, ਉਹ ਖਾਣ-ਪੀਣ ਤੋਂ ਰਿਲੇਟਿਡ ਹੀ ਮੰਨੀਆਂ ਗਈਆਂ ਨੇ ਔਰ ਆਯੁਰਵੇਦ ਇੱਕ ਏਦਾਂ ਦੀ ਮੈਡੀਸਨ ਜਾਂ ਕਹਿ ਸਕਦੇ ਹੋ ਏਦਾਂ ਦੀ ਪੈਥੀ ਹੈ ਜਿਹਦੇ ਵਿੱਚ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਦਾ ਸਭ ਤੋਂ ਮੋਟੋ ਦਿੱਤਾ ਗਿਆ ਹੈ ਕਿ ਤੁਸੀਂ ਆਪਣੀ ਸਾਂਭ ਸੰਭਾਲ ਜੇ ਅੱਛੇ ਤਰੀਕੇ ਕਰੋਗੇ ਤਾਂ ਤੁਹਾਨੂੰ ਕਦੇ ਵੀ ਇਸ ਤਰੀਕੇ ਦੀ ਪ੍ਰੋਬਲਮ ਨਹੀਂ ਹੋ ਸਕਦੀ। ਈਵਨ ਜੇ ਆਪਾਂ ਗੱਲ ਕਰੀਏ ਕਰੋਨਾ ਦੀ ਵੀ, ਤੇ ਕਰੋਨਾ ਦੇ ਵਿੱਚ ਵੀ ਜੇ ਤੁਸੀਂ ਆਪਣੀ ਇਮਿਊਨਿਟੀ ਨੂੰ ਬਿਲਡ ਕਰਕੇ ਰੱਖਦੇ ਹੋ ਪਹਿਲਾਂ ਤੋਂ ਹੀ, ਯਾਨੀ ਕਿ ਆਪਣੇ ਅੱਗੇ ਇੱਕ ਰਕਸ਼ਾ ਕਵਚ ਲਾ ਕੇ ਰੱਖਦੇ ਹੋ, ਤਾਂ ਤੁਹਾਨੂੰ ਕਰੋਨਾ ਨਾਮਕ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਬਟ ਹਾਂ, ਉਹੀ ਚੀਜ਼ਾਂ ਜਿਹੜੀਆਂ ਤੁਸੀਂ ਖੁਦ ਦੱਸ ਰਹੇ ਹੋ ਕਿ ਲੋਕਾਂ ਦਾ ਖਾਣ-ਪਾਨ ਚੇਂਜ ਹੋ ਰਿਹਾ ਜਾਂ ਬਹੁਤ ਜ਼ਿਆਦਾ ਇਸ ਤਰੀਕੇ ਦੀ ਕੰਜ਼ੰਪਸ਼ਨ ਹੋ ਰਹੀ ਹੈ, ਜੋ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਤੇ ਫਿਰ ਇਹ ਜਿਹੜੀ ਬਿਮਾਰੀਆਂ ਹੈ ਉਹ ਡੈਫੀਨੇਟਲੀ ਵਧਣਗੀਆਂ ਹੀ ਔਰ ਅੱਗੇ ਆਉਣ ਵਾਲੇ ਸਮੇਂ 'ਚ ਇਹ ਹੋਰ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰਨਗੀਆਂ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਬਾਇਓਗਰੀ ਹੈ, ਉਹਨਾਂ ਦੇ ਪ੍ਰੋਡਕਟ ਨੇ ਜਿਹੜੇ ਆ ਰਹੇ ਨੇ ਲਗਾਤਾਰ, ਤੁਸੀਂ ਇਸ ਚੀਜ਼ ਦੇ ਲਈ ਹੱਲ ਨਿਕਲ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਇਹ ਇਲਾਜ ਦਾ ਪ੍ਰੋਸੈਸ ਹੋਏਗਾ, ਇਹ ਕਿੰਨਾ ਕੁ ਲੰਬਾ ਹੋਏਗਾ? ਕਿਉਂਕਿ ਜਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਵੀ ਢੰਗ ਹੈ ਕਿ ਕੋਈ 25 ਸਾਲ ਦਾ ਤਾਂ ਉਸਦੇ ਇਲਾਜ ਦਾ ਢੰਗ ਹੋਰ ਹੋਏਗਾ, ਜਾਂ ਕੋਈ 50 ਦਾ ਤਾਂ ਅਲੱਗ ਹੋਏਗਾ। ਇਸ ਚੀਜ਼ ਨੂੰ ਜ਼ਰੂਰ ਸਾਡੇ ਦਰਸ਼ਕਾਂ ਤੱਕ ਦੱਸੋ। ਬਿਲਕੁਲ, ਬਿਲਕੁਲ ਸਰ। ਦੇਖੋ ਸਰ, ਜਿਹੜੀ ਵੀ ਟਰੀਟਮੈਂਟ ਹੁੰਦਾ ਹੈ ਕਿਸੇ ਵੀ ਪੇਸ਼ੈਂਟ ਦਾ, ਉਹ ਟੇਲਰ ਮੇਡ ਹੁੰਦਾ ਹੈ, ਯਾਨੀ ਕਿ ਉਹਦੇ ਲੱਛਣ ਦੇ ਅਕੋਰਡਿੰਗਲੀ ਹੁੰਦਾ ਹੈ, ਉਹਦੇ ਦੋਸ਼ ਦੇ ਅਕੋਰਡਿੰਗਲੀ ਹੁੰਦਾ ਹੈ। ਕਿਸੇ ਪੇਸ਼ੈਂਟ ਦੇ ਜਦੋਂ ਵਾਤ ਵੱਧ ਜਾਂਦਾ ਹੈ ਤਾਂ ਅਸੀਂ ਵਾਤ ਦੇ ਅਕੋਰਡਿੰਗਲੀ ਉਹਦਾ ਟਰੀਟਮੈਂਟ ਕਰਦੇ ਹਾਂ, ਜੇ ਕਿਸੇ ਪਿੱਤ ਵੱਧ ਰਿਹਾ ਤਾਂ ਪਿੱਤ ਦੇ ਅਕੋਰਡਿੰਗਲੀ ਟਰੀਟਮੈਂਟ ਕਰਦੇ ਹਾਂ, ਤੇ ਜੇ ਕਫ ਵੱਧ ਰਿਹਾ ਤਾਂ ਕਫ ਦੇ ਅਕੋਰਡਿੰਗਲੀ ਕਰਦੇ ਹਾਂ। ਸੋ ਇਹ ਲੱਛਣਾਂ ਦੇ ਆਧਾਰ ਤੇ, ਦੋਸ਼ਾਂ ਦੇ ਆਧਾਰ ਤੇ, ਦੋਸ਼ਾਂ ਦੀ ਅਵਸਥਾ ਦੇ ਅਨੁਸਾਰ ਅਸੀਂ ਜਿਹੜੀ ਹੈ ਉਹਨਾਂ ਦੀ ਚਿਕਿਤਸਾ ਕਰਦੇ ਹਾਂ, ਉਹਨਾਂ ਦਾ ਟਰੀਟਮੈਂਟ ਕਰਦੇ ਹਾਂ ਔਰ ਤਾਂ ਹੀ ਉਹਨਾਂ ਨੂੰ ਛੇਤੀ ਰਿਲੀਫ ਮਿਲਦਾ ਹੈ। ਜੀ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਇੱਕ ਭਿਆਨਕ ਬਿਮਾਰੀ ਹੈ, ਤਾਂ ਤੁਸੀਂ ਇਲਾਜ ਦੱਸਿਆ ਕਿ ਕਿੰਨੇ ਦਿਨਾਂ ਦੇ ਵਿੱਚ? ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿੰਨਾ ਕੁ ਸਮਾਂ ਜਿਹੜਾ ਇੱਕ ਨੋਰਮਲ ਮਰੀਜ਼ ਨੂੰ ਲੱਗ ਸਕਦਾ ਇਸ ਦੇ ਇਲਾਜ ਦੇ ਲਈ? ਬਿਲਕੁਲ। ਦੇਖੋ ਜੀ, ਜਿਹੜਾ ਆਪਾਂ ਬਾਇਓਗਿਰੀ ਦੇ ਵਿੱਚ ਹੁਣੀ ਰੀਸੈਂਟਲੀ ਲਾਂਚ ਕੀਤਾ ਪ੍ਰੋਡਕਟ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਾਇਲਸ ਦੇ ਲਈ ਉਹ 1 ਹਫ਼ਤਾ ਮਿਨੀਮਮ ਆਪਾਂ ਸਟਾਰਟ ਕਰਦੇ ਹਾਂ ਉਹ ਮੈਡੀਸਨ, ਜਿਹਦੇ ਵਿੱਚ 2-2 ਗੋਲੀਆਂ ਸਵੇਰੇ, ਦੁਪਹਿਰੇ, ਸ਼ਾਮੇ 3 ਟਾਈਮ ਅਸੀਂ ਜੇ ਉਹਨੂੰ ਲੈਣਾ ਸਟਾਰਟ ਕਰਦੇ ਹਾਂ ਤਾਂ 5-6 ਦਿਨਾਂ ਦਾ ਉਹ ਕੋਰਸ ਹੈ ਔਰ ਉਹਦੇ ਵਿੱਚ ਬਹੁਤ ਛੇਤੀ ਰਿਜ਼ਲਟ ਆ ਰਿਹਾ ਹੈ। ਤੇ ਮੈਂ ਖੁਦ ਉਹ ਆਪਣੇ ਪੇਸ਼ੈਂਟਸ ਨੂੰ ਰਿਕਮੈਂਡ ਕਰਦਾ ਹਾਂ ਤੇ ਉਹਦੇ ਵਿੱਚ ਮੈਂ ਖੁਦ ਰਿਜ਼ਲਟ ਦੇਖੇ, ਅੱਖੀਂ ਦੇਖੇ ਮੇਰੇ ਰਿਜ਼ਲਟਸ ਹੈਗੇ ਆ। ਦੈਟਸ ਵਾਈ ਆਈ ਐਮ ਰਿਕਮੈਂਡਿੰਗ ਇਟ ਟੂ ਯੂ ਆਲ ਕਿ ਤੁਸੀਂ ਵੀ ਇੱਕ ਵਾਰ ਉਹ ਰਿਕਮੈਂਡ ਕੀਤੀਆਂ ਹੋਈਆਂ ਮੈਡੀਸਿਨਸ ਨੂੰ ਲੈ ਕੇ ਦੇਖੋ ਤਾਂ ਤੁਹਾਨੂੰ ਫ਼ਰਕ ਜ਼ਰੂਰ ਨਜ਼ਰ ਆਏਗਾ ਔਰ ਬਾਕੀ ਡਿਪੈਂਡ ਕਰੇਗਾ ਪੇਸ਼ੈਂਟ ਦੀ ਕ੍ਰੋਨਿਸਿਟੀ ਦੇ ਉੱਪਰ ਕਿ ਕਿੰਨਾ ਪੁਰਾਣਾ ਜਿਹੜਾ ਰੋਗ ਹੈ, ਕਿੰਨੇ ਦੋਸ਼ ਦੀ ਇਨਵੋਲਵਮੈਂਟ, ਕਿੰਨੇ ਜ਼ਿਆਦਾ ਦੋਸ਼ ਦੀ ਅਵਸਥਾ ਜਿਹੜੀ ਹੈ ਉਗਰ ਅਵਸਥਾ ਦੇ ਵਿੱਚ ਹੈ ਜਾਂ ਨਾਰਮਲ ਅਵਸਥਾ ਦੇ ਵਿੱਚ ਹੈ, ਉਹਦੇ ਉੱਪਰ ਡਿਪੈਂਡ ਕਰੇਗਾ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਹੈਪੀ ਟਮੀ ਦੀ ਗੱਲ ਕੀਤੀ ਹੈ, ਤਾਂ ਇਹ ਦੋਵੇਂ ਔਰਤ ਤੇ ਮਰਦ ਇਹ ਦੋਵੇਂ ਵਰਤੋਂ ਕਰ ਸਕਦੇ ਆ, ਜਾਂ ਫਿਰ ਔਰਤਾਂ ਲਈ ਕੋਈ ਹੋਰ ਪ੍ਰੋਡਕਟ ਹੈ ਤੇ ਮਰਦਾਂ ਲਈ ਕੋਈ ਹੋਰ ਪ੍ਰੋਡਕਟ ਹੈ ਜੀ? ਨਹੀਂ, 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 ਬਿਲਕੁਲ ਹੈਪੀ ਟਮੀ ਜਿਹੜਾ ਇੱਕ ਇੱਦਾਂ ਦਾ ਪ੍ਰੋਡਕਟ ਹੈ ਜਿਹੜਾ ਯੂਨੀਵਰਸਲ ਪ੍ਰੋਡਕਟ ਹੈ। ਉਹ ਬੱਚਿਆਂ ਤੋਂ ਲੈ ਕੇ 12-13 ਸਾਲ ਤੋਂ ਬਾਅਦ ਜਿਹੜੇ ਬੱਚੇ ਹੈ ਔਰ ਬਿਲਕੁਲ 80-90 ਸਾਲ ਤੱਕ ਜਦੋਂ ਤੱਕ ਵੀ ਪਰਸਨ ਜਿਉਂਦਾ ਹੈ ਉਹ ਲੈ ਸਕਦਾ ਹੈ ਔਰ ਉਹਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਰਾਤ ਨੂੰ ਸੌਣ ਦੇ ਵੇਲੇ
ਥੋੜ੍ਹੇ ਜਿਹੇ ਕੋਸੇ ਪਾਣੀ ਦੇ ਨਾਲ, ਗਰਮ ਪਾਣੀ ਦੇ ਨਾਲ ਉਹ ਲੈ ਸਕਦਾ ਹੈ ਔਰ ਇਹ ਬਹੁਤ ਅੱਛਾ ਪ੍ਰੋਡਕਟ ਹੈ ਜੋ ਕਿ ਇੱਕ ਡੇਲੀ ਬੇਸਿਸ ਤੇ ਤੁਸੀਂ ਇਹਨੂੰ ਲੈ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਇਸ ਦੇ ਲੱਛਣ ਔਰਤਾਂ ਤੇ ਮਰਦਾਂ ਦੇ ਵਿੱਚ ਸੇਮ ਰਹਿੰਦੇ ਆ ਜਾਂ ਫਿਰ ਇਹ ਅਲੱਗ-ਅਲੱਗ ਲੱਛਣ ਹੁੰਦੇ ਆ ਜੀ ਇਸ ਚੀਜ਼ ਦੇ? ਨਹੀਂ, ਨਹੀਂ ਜੀ, ਬਿਲਕੁਲ ਸੇਮ ਹੀ ਲੱਛਣ ਪਾਏ ਜਾਂਦੇ ਹਾਂ, ਬਟ ਕਦੇ-ਕਦੇ ਡਿਪੈਂਡਿੰਗ ਅਪੋਨ ਦਾ ਕੰਡੀਸ਼ਨ ਆਫ ਦਾ ਪੇਸ਼ੈਂਟ, ਯਾਨੀ ਕਿ ਕਿਸੇ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਪੇਨ ਦੇ ਨਾਲ ਉਹ ਲੱਛਣ ਹੁੰਦੇ ਹੈ ਜਾਂ ਬਹੁਤ ਜਿਹਨੂੰ ਕਹਿੰਦੇ ਗ੍ਰਿਪਿੰਗ ਪੇਨ ਹੁੰਦੀ ਹੈ, ਬਹੁਤ ਜ਼ਿਆਦਾ ਮਰੋੜ ਪੈਂਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ। ਔਰ ਕਈ ਪੇਸ਼ੈਂਟਸ ਦੇ ਵਿੱਚ ਇਹ ਹੁੰਦਾ ਹੈ ਕਿ ਉਹਨਾਂ ਨੂੰ ਮੋਸ਼ਨ ਬਹੁਤ ਮੁਸ਼ਕਿਲ ਨਾਲ ਪਾਸ ਹੁੰਦੇ ਹੈ, ਤੇ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਦੀ ਦੋਸ਼ ਇਨਵੋਲਵਮੈਂਟ ਹੈ। ਜਿਵੇਂ ਕਿ ਜਿਹੜੇ ਵਾਤ ਵਾਲੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਵਿੱਚ ਥੋੜਾ ਪੇਨ ਜ਼ਿਆਦਾ ਹੁੰਦਾ ਹੈ ਤੇ ਐਜ਼ ਕੰਪੇਅਰ ਟੂ ਪਿਥ ਐਂਡ ਕਫ, ਤੇ ਬਾਕੀ ਜਿਹੜੀਆਂ ਚੀਜ਼ਾਂ ਹੈ ਉਹ ਨਾਲ ਦੇ ਨਾਲ ਡਿਪੈਂਡ ਕਰਦੀਆਂ ਹੈ ਕਿ ਉਹਨਾਂ ਦਾ ਏਜ ਫੈਕਟਰ ਕੀ ਹੈ। ਫੋਰ ਐਗਜ਼ਾਮਪਲ ਜਿਹੜੇ ਓਲਡ ਏਜ ਹੈ ਉਹਨਾਂ ਵਿੱਚ ਇਹ ਪ੍ਰੋਬਲਮ ਥੋੜੀ ਜ਼ਿਆਦਾ ਪ੍ਰੋਬਲਮੈਟਿਕ ਹੋ ਜਾਂਦੀ ਹੈ, ਕਿਉਂਕਿ ਉਸ ਟਾਈਮ ਜਿਹੜਾ ਦੋਸ਼ ਇਨਵੋਲਵਮੈਂਟ ਹੈ ਉਹਦੇ ਵਿੱਚ ਵਾਤ ਦੀ ਵ੍ਰਿੱਧੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਓਲਡ ਏਜ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਦੇਖੀਆਂ ਜਾਂਦੀਆਂ। ਜੀ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਸਰ। ਇਹ ਸਨ ਸਾਡੇ ਨਾਲ ਡਾਕਟਰ ਅਤੁਲ ਰਾਘਵ ਜੀ, ਜਿਨ੍ਹਾਂ ਨੇ ਬੜੀ ਜ਼ਰੂਰੀ ਤੇ ਅਹਿਮ ਜਾਣਕਾਰੀ ਹੈ ਜਿਹੜੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ। ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਲਈ ਤੁਸੀਂ ਕੀ ਸੋਚਦੇ ਹੋ, ਆਪਣੇ ਵਿਚਾਰ ਨੇ ਜਿਹੜੇ ਉਹ ਕਮੈਂਟ ਕਰਕੇ ਜ਼ਰੂਰ ਦੇਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਡਾਕਟਰ ਨਾਲ ਮੁਲਾਕਾਤ ਕਰਾਂਗੇ, ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।